ਗੁੱਡ ਮਾਰਨਿੰਗ ਟੋਰਾਂਟੋ ਤੁਸੀਂ ਸੁਣ ਰਹੇ ਹੋ ਤੇ ਹੁਣ ਅਸੀਂ ਗੱਲਬਾਤ ਕਰਾਂਗੇ। ਇੱਕ ਤੇ ਫੈਡਰਲ ਗਵਰਨਮੈਂਟ ਨੇ ਕੱਲ ਅਨਾਉਂਸ ਕੀਤਾ ਕਿ ਜਿਹੜੇ ਫੋਰਨ ਟ੍ਰੇਨ ਡਾਕਟਰਸ ਨੇ ਉਹਨਾਂ ਲਈ ਨਵੀਂ ਇੱਕ ਕੈਟਾਗਰੀ ਐਡ ਕੀਤੀ ਗਈ ਹੈ ਜੋ ਐਕਸਪ੍ਰੈਸ ਐਂਟਰੀ 'ਚ, ਤਾਂ ਕਿ ਹੈਲਥ ਕੇਅਰ 'ਚ ਜਿਹੜੀ ਕਮੀ ਹੈ ਡਾਕਟਰਸ ਦੀ ਉਹਨੂੰ ਐਡਰੈਸ ਕੀਤਾ ਜਾ ਸਕੇ। ਇਸੇ ਤਰ੍ਹਾਂ ਇੱਕ ਇਸ਼ੂ ਆਨਗੋਇੰਗ ਇਸ਼ੂ ਜਿਹੜਾ ਚੱਲਦਾ ਸਾਡੇ ਐਕਸਟੋਰਸ਼ਨ ਵਾਲਾ, ਇਹਦੇ ਬਾਰੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਪਿਛਲੇ ਦਿਨਾਂ ਦੌਰਾਨ ਕਾਫੀ ਚੇਂਜਸ ਗਵਰਨਮੈਂਟ ਨੇ ਪ੍ਰਪੋਜ਼ ਕੀਤੀਆਂ। ਸੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਬਰੈਂਪਟਨ ਤੋਂ MP ਨੇ ਤੇ ਫੈਡਰਲ ਮਿਨਿਸਟਰ ਰੂਬੀ ਸੋਤਾ। ਮਿਨਿਸਟਰ, ਮੈਂ ਸ਼ੁਰੂ ਇਹ ਕਰਨਾ ਚਾਹੂੰਗਾ, ਜਿਹੜੇ ਕੱਲ੍ਹ ਅਨਾਊਂਸ ਕੀਤਾ ਗਿਆ ਕਿ ਜਿਹੜੇ ਫੋਰਨ ਟ੍ਰੇਨਡ ਡਾਕਟਰਸ ਦਾ PR ਦਾ ਰਸਤਾ ਥੋੜ੍ਹਾ ਆਸਾਨ ਬਣਾਇਆ ਜਾਊਗਾ, ਤੇ ਇਹਦੇ 'ਚ ਇਸ਼ੂ ਹੈ ਕਿ ਇਸ਼ੂ ਇਹ ਨਹੀਂ ਹੈ ਕਿ ਡਾਕਟਰ ਬਾਹਰੋਂ ਮੰਗਵਾਉਣੇ ਨੇ, ਇਸ਼ੂ ਹੈ ਕਿ ਇੱਥੇ ਡਾਕਟਰਸ ਨੂੰ ਕੰਮ ਕਰਨ ਦੀ ਇਜਾਜ਼ਤ ਤੇ ਮਿਲੇ। ਉਹ ਤੇ ਉਹ ਥੋੜ੍ਹਾ ਜਿਹਾ ਐਕਸਪਲੇਨ ਕਰੋਗੇ ਕਿ ਕੀ ਹੈ ਇਹਦੇ 'ਚ, ਕਿਉਂਕਿ ਥੋੜ੍ਹੀ ਜਿਹੀ ਇਨਫੋਰਮੇਸ਼ਨ ਹੀ ਅਵੇਲੇਬਲ ਹੈ ਜੋ ਖਬਰਾਂ 'ਚ ਆਇਆ। So doctors ਨੂੰ ਇਜਾਜ਼ਤ ਦੇਣ ਵਾਲੇ provinces ਹੁੰਦੇ ਹੈਗੇ ਆ। ਹਾਂਜੀ। So they're coming up with their own programs to speed up licensing. ਪਰ ਇਸ ਤਰ੍ਹਾਂ ਦੇ ਡਾਕਟਰਸ ਹੈ ਵੀ ਜਿਨ੍ਹਾਂ ਦੇ ਨਾਲ ਗੱਲ ਕੀਤੀ ਹੈਗੀ ਆ। They could be American, they could be European, they could be from many other countries. ਜੋ ਇੱਥੇ hospitals ਦੇ ਵਿੱਚ ਇਸ ਵਕਤ work permits ਤੇ ਕੰਮ ਕਰ ਰਹੇ ਹੈਗੇ ਆ। So that's why to help expedite those cases so that ਉਹਨਾਂ ਦਾ ਪੱਕਾ ਪੈਰ ਇੱਥੇ ਜੰਮ ਸਕੇ, we're allocating 5,000 ਜਿਹੜੇ provincial nominations ਹੁੰਦੀਆਂ ਹੈਗੀਆਂ ਨੇ, provinces nominate ਕਰਦੇ ਹੈਗੇ ਆ। ਸੋ ਆਪਦੇ hospitals ਦੇ ਵਿੱਚ ਇਸ ਤਰ੍ਹਾਂ ਦੇ ਉਹਨਾਂ ਕੋਲ ਇਸ ਵਕਤ ਹੈ ਡਾਕਟਰਸ ਜਿਹੜੇ ਕੰਮ ਕਰ ਰਹੇ ਹੈਗੇ ਨੇ, ਉਹ ਇਸ ਪ੍ਰੋਗਰਾਮ ਦੇ ਥਰੂ ਫਾਸਟ ਟਰੈਕ ਹੋ ਸਕਦੇ ਤੇ ਉਹਨਾਂ ਨੂੰ PR ਮਿਲ ਸਕਦੀ ਹੈਗੀ ਆ। ਸੋ ਉਹਨਾਂ ਲਈ ਇੱਕ ਨਵੀਂ ਕੈਟੇਗਰੀ ਬਣਾਈ ਗਈ ਹੈਗੀ ਆ। ਪ੍ਰੋਵਿੰਸਸ ਨੂੰ ਐਲੋਕੇਸ਼ਨ ਦਿੱਤੀ ਗਈ ਹੈਗੀ ਆ। 5,000 ਜਿਹੜੇ ਡਾਕਟਰਸ ਹੈਗੇ ਨੇ ਉਹ ਨੋਮੀਨੇਟ ਕਰ ਸਕਦੇ ਹੈਗੇ ਆ, ਸੋ ਦੈਟ ਅਸੀਂ ਉਹਨਾਂ ਦੀ PR ਫੈਡਰਲ ਲੈਵਲ ਤੇ ਕਰ ਸਕਦੇ ਹਾਂ। ਮੈਂ ਕੁਝ ਡਾਕਟਰਸ ਨਾਲ ਗੱਲ ਕੀਤੀ ਜਿਹੜੇ ਫੋਰਨ ਟ੍ਰੇਨ ਡਾਕਟਰਸ ਨੇ, ਉਹ ਕਹਿੰਦੇ ਸਾਡੇ ਲਈ PR ਦਾ ਇਸ਼ੂ ਨਹੀਂ ਹੈ, PR ਤੇ ਸਾਨੂੰ ਮਿਲ ਜਾਂਦੀ ਹੈ। ਕਹਿੰਦੇ ਸਾਡੀ ਜਿਹੜਾ ਰੈਗੂਲਰ ਸਿਸਟਮ ਨੇ ਉਹਨਾਂ 'ਚ ਵੀ ਪ੍ਰੋਬਲਮ ਹੈ ਸਾਡੀ ਲਾਇਸੈਂਸਿੰਗ ਦੀ ਤੇ ਰੈਜ਼ੀਡੈਂਸੀ ਦੀ। ਉਹ ਜਿਹੜਾ ਹੈਗਾ ਆ ਉਹ ਫਾਸਟ ਟਰੈਕ ਉਹ ਪ੍ਰੋਵਿੰਸਸ ਕਰ ਸਕਦੇ ਹੈਗੇ ਆ। ਸੋ ਵੀ ਕੈਨ ਓਨਲੀ ਡੂ ਵਾਟਸ ਇਨ ਆਵਰ area, right? So ਅਸੀਂ ਜਲਦੀ ਨਾਲ ਜੋ ਵੀ ਚੀਜ਼ਾਂ ਇਕੋਨਮੀ ਅਪਰੂਵ ਕਰਨ ਲਈ ਐਂਡ ਜੋ ਆਪਾਂ ਨੂੰ ਸਕਿੱਲ ਹਾਈ ਸਕਿੱਲ ਲੋਕਾਂ ਦੀ ਲੋੜ ਹੈਗੀ ਆ, ਜੋ ਲੈਵਲ ਸਾਡੇ ਕੋਲ ਹੈਗੇ ਆ ਫੈਡਰਲ ਲੈਵਲ ਤੇ ਅਸੀਂ ਕਰ ਰਹੇ ਹੈਗੇ ਆ। ਸੋ that is something for the Ontario government to do, and ਉਹ ਗੱਲਬਾਤ ਕਰ ਰਹੇ ਹੈਗੇ ਇਸ ਇਸ਼ੂ ਦਾ, and hopefully they do it. Licensing streamline ਕਰਨ ਉਹ, then that's have a guest on from the provincial government to talk about that. ਪਰ ਇਹਦੇ ਲਈ ਕੋਈ ਫੈਡਰਲ ਗਵਰਨਮੈਂਟ ਵੀ ਕੋਈ ਪ੍ਰੋਵਿੰਸਸ ਨਾਲ ਕੋਆਰਡੀਨੇਟ ਕਰਕੇ ਕੋਈ ਨੈਸ਼ਨਲ ਲੈਵਲ ਦੇ ਉੱਤੇ ਇਹ ਸਟ੍ਰੈਟਜੀ ਬਣਾਈ ਜਾ ਸਕਦੀ ਹੈ? ਇਸ ਤਰ੍ਹਾਂ ਦੀ ਵੀ ਕੋਈ ਡਿਵੈਲਪਮੈਂਟ ਕੋਈ ਹੋਈ ਹੈ ਜਾਂ ਇਦਾਂ ਦੀ ਗੱਲ ਚੱਲ ਰਹੀ? ਕਿਉਂਕਿ 20,000 ਡਾਕਟਰ ਆਲਰੇਡੀ ਇੰਟਰਨੈਸ਼ਨਲੀ ਟ੍ਰੇਨਡ ਡਾਕਟਰ ਕੈਨੇਡਾ 'ਚ। ਸੋ federally absolutely ਜਿਹੜੀ ਸਾਡੀ ਹੈਲਥ ਮਿਨਿਸਟਰ ਹੈਗੀ ਆ ਮਾਰਜਰੀ, ਉਹ ਗੱਲ ਕਰ ਰਹੀ ਹੈਗੀ ਆ provinces ਦੇ ਨਾਲ, so that they can have a more streamlined process। ਉਹ ਇੱਕ ਉਹਨਾਂ ਨਾਲ ਗੱਲਬਾਤ ਜ਼ਰੂਰ ਚੱਲ ਰਹੀ ਹੈਗੀ ਆ, ਪਰ ਜਿਹੜਾ ਸਟ੍ਰੀਮਲਾਈਨ ਕਰਨਾ ਉਹ ਉਹਨਾਂ ਨੇ ਕਰਨਾ ਹੈਗਾ ਆ। that's all I'm trying to say। ਪਰ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ ਵੀ we need to do this, we need to improve the system so that ਜਿਹੜੇ ਇਸ ਤਰ੍ਹਾਂ ਦੇ ਡਾਕਟਰਸ ਹੈਗੇ ਨੇ ਉਹਨਾਂ ਨੂੰ ਲਾਇਸੈਂਸ ਕੀਤਾ ਜਾ ਸਕੇ। ਪਰ Shamilji, you probably are not hearing from the doctors that are already working in Canada on work permits. There are at least more than this in number of doctors ਜਿਹੜੇ ਇੱਥੇ work permits ਤੇ ਕੰਮ ਕਰ ਰਹੇ ਹੈਗੇ ਆ। So ਉਹਨਾਂ ਨੂੰ ਤਾਂ at least ਅਸੀਂ ਇੱਥੇ ਰੱਖਣਾ ਚਾਹੁੰਦੇ ਹੈਗੇ ਆ। ਉਹ already ਆਪਦੀ ਟ੍ਰੇਨਿੰਗ ਕਰ ਚੁੱਕੇ ਹੈਗੇ ਆ, ਉਹ ਲਾਇਸੈਂਸਡ ਹੈਗੇ ਆ। So ਉਹ ਜਿਹੜਾ ਹੈਗਾ ਆ ਉਹ low hanging fruit ਹੈਗਾ ਆ, already accomplish ਹੋ ਗਿਆ ਜਿੱਥੇ ਤੱਕ ਆਪਾਂ ਚਾਹੁੰਦੇ ਹੈਗੇ ਆ ਵੀ ਉਹ already ਇੱਥੇ ਦੇ Canada the requirements ਦੇ ਥੱਲੇ they are cleared, and so ਉਹਨਾਂ ਦੀ ਜਿਹੜੀ requirement ਹੈਗੀ ਆ ਉਹ PR ਹੈਗੀ ਆ। So this announcement is for those people ਜਿਹੜੀ ਲੋਕਾਂ ਨਾਲ ਤੁਸੀਂ ਗੱਲ ਕਰ ਰਹੇ ਹੈਗੇ ਆ, that's a different category of people, and ਉਹ ਵੀ ਗੱਲਬਾਤ ਚੱਲ ਰਹੀ ਹੈਗੀ ਆ ਵੀ provinces ਦੇ through ਇਹ process ਕਿਸ ਤਰ੍ਹਾਂ improve ਕੀਤਾ ਜਾ ਸਕਦਾ ਹੈਗਾ ਆ, but that is something for them to do। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਖੈਰ ਉਹ ਵੀ ਇੱਕ ਮੈਨੂੰ ਕਿਸੇ ਨੇ ਪਰਸਪੈਕਟਿਵ ਦਿੱਤਾ ਕਿ ਬੇਸਿਕਲੀ ਜਿਹੜੇ US ਤੋਂ ਬਹੁਤ ਡਾਕਟਰ ਹੁਣ ਆ ਸਕਦੇ ਆ, ਉਹਨਾਂ ਲਈ ਬੇਸਿਕਲੀ ਅਨਾਉਂਸਮੈਂਟ। There are US doctors working here, so I know many couples ਜਿਨ੍ਹਾਂ ਦਾ ਇੱਕ ਸਪਾਊਸ ਕੈਨੇਡੀਅਨ ਹੈਗਾ ਆ, ਦੂਸਰਾ ਸਪਾਊਸ ਅਮਰੀਕਨ ਹੈਗਾ ਆ,
and ਉਹ ਇੱਥੇ ਕੰਮ ਕਰ ਰਹੇ ਹੈਗੇ work permit ਤੇ and so ਉਹਨਾਂ ਲਈ ਵੀ ਇੱਕ PR ਦਾ ਰਸਤਾ ਹੈਗਾ ਆ but I mean anyways with a spouse it's different ਉਹ PR ਲੈ ਵੀ ਸਕਦੇ ਹੈਗੇ ਜੋ ਉਹਨਾਂ ਦਾ ਇੱਕ spouse Canadian ਆ but we do have many American couples that come up and are in that having that issue so ਮੇਰੀ phone ਤੇ ਕਈ ਵਾਰ ਗੱਲ ਹੋਈ ਹੈਗੀ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਵੀ and you know that is a quick way for us to make sure that ਇਹ ਜਿਹੜੇ doctors ਹੈਗੇ ਨੇ ਇਹ ਕਿਤੇ ਹੋਰ option you know ਕਿਤੇ ਹੋਰ ਨਾ ਜਾਣ ਤੇ ਉਹ ਕੈਨੇਡਾ ਹੀ ਉਹਨਾਂ ਨੂੰ retain ਕਰਕੇ ਰੱਖ ਸਕੇ that's really important and there are also issues in the US right now ਜਿਹੜਾ H-1B program ਹੈਗਾ ਅਮਰੀਕਾ ਦੇ ਵਿੱਚ many doctors work under that program and ਉਹ program ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈਗਾ difficult ਕਰ ਦਿੱਤਾ ਹੈਗਾ ਆ US ਨੇ and so ਉਹਦੇ through ਵੀ ਅਸੀਂ doctors ਨੂੰ attract ਕਰ ਸਕਦੇ ਹੈਗੇ ਤੇ ਇੱਥੇ retain ਕਰ ਸਕਦੇ ਹਾਂ ਕੈਨੇਡਾ 'ਚ ਤੇ ਇੱਕ ਹੋਰ ਇਸ਼ੂ ਜਿਹੜਾ ਹੈ ਐਕਸਟੋਰਸ਼ਨ ਬੜਾ ਵੱਡਾ ਇਸ਼ੂ ਹੈ ਇੱਕ ਟਾਊਨ ਹਾਲ ਮੀਟਿੰਗ ਵੀ ਸੀਗੀ ਵੀਕਐਂਡ ਦੇ ਉੱਤੇ ਮੈਂ ਖੁਦ ਤੇ ਨਹੀਂ ਸੀ ਜਾ ਸਕਿਆ ਪਰ ਮੈਨੂੰ ਸਾਡੀ ਟੀਮ 'ਚੋਂ ਕੋਈ ਸੀਗਾ ਉਹਨਾਂ ਨੇ ਦੱਸਿਆ ਕਾਫੀ ਪਾਵਰਫੁਲ ਸਪੀਚ ਸੀ ਤੁਹਾਡੀ ਉੱਤੇ ਤੇ ਇਸ਼ੂ ਇਹ ਹੈਗਾ ਉੱਥੇ ਜਿਵੇਂ ਪੀਲ ਪੁਲਿਸ ਚੀਫ ਨੇ ਵੀ ਕਿਹਾ ਕਿ ਜਿਹੜੇ ਨੰਬਰਸ ਨੇ ਪਿਛਲੇ ਸਾਲਾਂ ਦੌਰਾਨ ਲਗਾਤਾਰ ਵੱਧ ਰਹੇ ਨੇ ਜਿਹੜੇ ਇਸ ਸਾਲ ਦੇ ਵੀ ਹੁਣ ਤੱਕ ਦੇ ਨੰਬਰ ਨੇ ਲਗਭਗ ਪਿਛਲੇ ਸਾਲ ਦੇ ਨੰਬਰ ਦੇ ਨਾਲ ਮਤਲਬ ਲਗਭਗ ਉਸੇ ਲੈਵਲ ਤੇ ਪਹੁੰਚ ਗਏ ਨੇ ਜਿਹੜੀਆਂ ਇੰਨੀਆਂ ਐਕਸਟੋਰਸ਼ਨ ਕਾਲਸ ਨੇ 400 ਤੋਂ ਵੱਧ ਜਿਹੜੀਆਂ ਇਸ ਸਾਲ ਵੀ ਕੇਸ ਰਿਪੋਰਟ ਹੋ ਚੁੱਕੇ ਆ ਸੋ ਜਿਹੜਾ ਇਹ ਇਸ਼ੂ ਹੈ ਇਹਨੂੰ ਤੁਸੀਂ ਕਿਵੇਂ ਕਿਉਂਕਿ ਤੁਸੀਂ ਹੁਣ ਕਾਫੀ ਦੇਰ ਤੋਂ ਇਸ ਫਾਈਲ ਤੇ ਕੰਮ ਕਰ ਰਹੇ ਹੋ ਇਹਦੇ ਨਾਲ ਡੀਲ ਕਰਨ 'ਚ ਕੀ ਚੈਲੰਜਸ ਨੇ ਕੀ ਤੁਹਾਡੇ ਕੀ ਖਿਆਲ ਨੇ ਇਹਦੇ ਬਾਰੇ ਕਿਵੇਂ ਇਹਨੂੰ ਰੋਕਿਆ ਜਾ ਸਕਦਾ ਹਾਂਜੀ ਉਹਨਾਂ ਨੇ ਇੱਕ ਪੂਰਾ ਕੰਪਲੀਟ ਚਾਰਟ ਦਿੱਤਾ ਸੀਗਾ ਐਕਸਟੋਰਸ਼ਨਸ ਦਾ ਪਰ ਉਹ aggregate ਕੀਤਾ ਹੋਇਆ ਸੀ ਮਤਲਬ ਉਹਦੇ different categories ਸੀਗੇ ਉਸ ਚਾਰਟ ਤੇ ਜਿਹੜੇ business related extortions ਨੇ they've grown to be 172 this year from the beginning of the year ਜਿਹੜਾ 400 ਕੁਛ ਨੰਬਰ ਹੈਗਾ ਆ ਉਹ ਦੂਸਰੇ ਤਰ੍ਹਾਂ ਦੇ ਜਿਹੜੇ extortions ਦੀ ਦੂਸਰੀ ਇਨਫੋਰਮੇਸ਼ਨ ਜਾਂ ਤੁਹਾਨੂੰ ਕਮਿਊਨਿਟੀ ਤੋਂ ਮਿਲ ਰਹੀ ਹੈਗੀ I would say that number is 172 ਜਿਹੜਾ 400 ਨੰਬਰ ਹੈਗਾ ਆ that's other types of extortions ਜਿਹੜੀ ਆਪਣੀ ਕਮਿਊਨਿਟੀ ਗੱਲਬਾਤ ਉਹਦੇ ਬਾਰੇ ਨਹੀਂ ਕਰਦੀ ਹੈਗੀ there's child sextortion ਜਿਹੜਾ online ਹੁੰਦਾ ਹੈਗਾ ਆ seniors ਨੂੰ extort ਕਈ ਵਾਰ ਕੀਤਾ ਜਾਂਦਾ ਹੈਗਾ ਆ many of our actually I would say most of the number one reported cases are of children ਜਿਹੜੇ online ਕਿਸੇ ਨਾ ਕਿਸੇ ਦੇ through victim ਬਣ ਜਾਂਦੇ ਹੈਗੇ ਆ of sextortion issues and so that is also a growing issue jo also internationally connected hagaya from many other countries people sit online and trick people bio kon hage ne te ਉਹਨਾਂ ਨੂੰ ਕਿਵੇਂ ਨਾ ਕਿਵੇਂ ਆਪਦੇ ਜਾਲ ਦੇ ਵਿੱਚ ਫਸਾ ਲੈਂਦੇ ਹੈਗੇ ਆ ਸੋ ਇਹ ਜਿਹੜਾ ਤੁਸੀਂ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਐਕਸਟੋਰਸ਼ਨਸ ਦੀ ਗੱਲ ਕਰ ਰਹੇ ਹੈਗੇ ਆ I think ਉਹ ਉਹਨਾਂ ਨੇ ਨੰਬਰ ਉਸ presentation ਦੇ ਵਿੱਚ ਕੱਢ ਕੇ ਅਲੱਗ ਦਿਖਾਇਆ ਸੀਗਾ and that is around 172 this year and definitely ਉਹ grow ਹੋ ਰਿਹਾ ਹੈਗਾ number that is an alarming number Surrey ਜਦੋਂ ਅਸੀਂ ਇੱਕ summit ਹੁਣੀ recently ਕੀਤਾ ਸੀਗਾ Surrey ਦੇ ਵਿੱਚ ਜਿੱਥੇ municipal police forces provincial police ਜੋ RCMP ਉੱਥੇ Surrey BC ਦੇ ਵਿੱਚ ਹੈਗੀ ਆ ਤੇ Premier ਉੱਥੇ ਆਏ ਸੀਗੇ and we all sat down and talked and all the different mayors about ਜਿੱਥੇ gaps ਕਿੱਥੇ ਹੈਗੇ ਨੇ ਤੇ ਉਹ gaps ਨੂੰ ਕਿਸ ਤਰ੍ਹਾਂ either funding ਦੇ through resources ਦੇ through ਜਾਂ ਕੋਈ coordinated approach ਜਿਹੜਾ federally and provincially ਕੀਤਾ ਜਾ ਸਕਦਾ ਉਹ gaps ਨੂੰ ਕਿਸ ਤਰ੍ਹਾਂ cover ਕੀਤਾ ਜਾ ਸਕਦਾ ਹੈਗਾ and ਉਹਨਾਂ ਨੇ ਉੱਥੇ ਇੱਕ provincial task force create ਕੀਤੀ ਹੋਈ ਹੈਗੀ ਆ that is working even with CBSA or the task force ਦੇ ਵਿੱਚ ਸਾਡੇ CBSA officers ਵੀ ਹੈਗੇ ਨੇ ਜਿਹੜੇ ਇਸ ਟਾਈਮ ਤੇ ਇੱਕ different approach use ਕਰ ਰਹੇ ਹੈਗੇ ਨੇ ਤੇ ਲੋਕਾਂ ਨੂੰ remove ਕਰ ਰਹੇ ਹੈਗੇ ਨੇ ਜਿਨ੍ਹਾਂ ਦੀ involvement ਦਾ ਸ਼ੱਕ ਹੈਗਾ ਆ extortions ਦੇ ਵਿੱਚ ਪਰ ਉਹ immigration ਕਾਨੂੰਨ ਦੇ IRPA ਦਾ ਜਿਹੜਾ ਐਕਟ ਹੈਗਾ ਆ ਇਮੀਗ੍ਰੇਸ਼ਨ ਕਾਨੂੰਨ ਹੈਗਾ ਆ ਉਹਦੇ ਵਾਇਲੇਸ਼ਨ ਦੇ ਵਿੱਚ ਹੈਗੇ ਨੇ ਐਂਡ therefore ਉਹ ਰਿਮੂਵ ਕੀਤੇ ਜਾ ਸਕਦੇ ਹੈਗੇ ਇਸ ਕੰਟਰੀ ਤੋਂ ਐਂਡ ਸੋ there's many different ways we're approaching this of course ਇਸ organized crime ਨੂੰ disrupt ਕਰਨਾ ਬਹੁਤ important ਹੈਗਾ ਸੋ disrupt ਕਰਨ ਦੇ ਤਰੀਕੇ ਇਹ ਇੱਕ ਤਰੀਕਾ ਹੈਗਾ ਆ ਪਰ investigations ਸਹੀ ਤਰੀਕੇ ਨਾਲ ਹੋਣੀਆਂ charges lay karne and of course loਕਾਂ ਨੂੰ prosecute and
criminal penalties ਦੇਣੀਆਂ ਉਹ ਵੀ ਬਹੁਤ ਜ਼ਰੂਰੀ ਹੈਗਾ ਆ ਐਂਡ ਇਸ ਟਾਊਨ ਹਾਲ ਜਿਹੜਾ ਇੱਥੇ ਬਰੈਂਪਟਨ ਦੇ ਵਿੱਚ ਇਸ ਵੀਕਐਂਡ ਹੋਇਆ ਸੀਗਾ Peel Regional Police has said ਉਹਨਾਂ ਨੇ 267 charges ਲੈ ਕੀਤੇ ਹੈਗੇ ਨੇ so ਉਸ ਐਸਪੈਕਟ ਤੋਂ ਵੀ progress ਬਣ ਰਿਹਾ ਹੈਗਾ ਆ and we're seeing more international cooperation around this as well and so that is welcome in addition to this so that jald to jald ਅਸੀਂ ਇਹ ਜਿਹੜੇ ਕ੍ਰਾਈਮਸ ਅਕਰ ਹੋ ਰਹੇ ਹੈਗੇ ਆ ਇਹਨਾਂ ਤੇ ਢਲ ਪਾ ਸਕੀਏ ਇਹਨਾਂ ਨੂੰ ਡਿਕਰੀਜ਼ ਕਰ ਸਕੀਏ ਮਿਨਿਸਟਰ ਮੇਰੀ ਕੁਐਸਚਨ ਨਾਲ ਗੱਲ ਹੋਈ ਸੀ ਜਿਹੜੇ ਥੋੜਾ ਜਿਹਾ ਡੀਲ ਕਰਦੇ ਨੇ ਇਸ ਪ੍ਰੋਬਲਮ ਨਾਲ ਤੇ ਉਹ ਕਹਿੰਦੇ ਵੀ ਜਿਹੜੇ ਇਹ ਕ੍ਰਿਮੀਨਲਸ ਨੇ ਇੱਕ ਚੀਜ਼ ਅਜੇ ਅਸੀਂ ਕਾਮਯਾਬ ਨਹੀਂ ਹੋਏ ਸਾਡੀਆਂ ਗਵਰਨਮੈਂਟ ਜਾਂ ਸਾਡੀਆਂ ਏਜੰਸੀਜ਼ ਕਿ ਅਜੇ ਤੱਕ ਵੀ ਜਿਹੜੇ ਲੋਕ ਕਰਦੇ ਨੇ ਨਾ ਉਹ ਬੜੇ ਕੌਨਫੀਡੈਂਟ ਨੇ ਕਿ ਇੱਥੇ ਕੁਛ ਨਹੀਂ ਹੁੰਦਾ ਇਸ ਕੰਟਰੀ 'ਚ ਲੂਪ ਹੋਲ ਇੰਨੇ ਹੁੰਦੇ ਨੇ ਕਾਨੂੰਨ ਤੋਂ ਬਚਣ ਦੇ ਜੇਲ੍ਹਾਂ ਤੋਂ ਬਚਣ ਦੇ ਪੁਲਿਸ ਦੇ ਡੰਡੇ ਤੋਂ ਬਚਣ ਦੇ ਕਿ ਉਹ ਰਸਤਾ ਕੱਢ ਲੈਂਦੇ ਨੇ ਜੀ ਅਸੀਂ ਇੱਥੇ ਕੁਛ ਐਵੇਂ ਗੱਲਾਂ ਹੁੰਦੀਆਂ ਨੇ ਅਸਲ ਦੇ 'ਚ ਕੁਛ ਹੁੰਦਾ ਨਹੀਂ ਇਹ ਇੱਕ ਇੰਪ੍ਰੈਸ਼ਨ ਹੈ ਜਿਹੜਾ ਗਲਤ ਜਾਂ ਠੀਕ ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ So number one thing from studies that I have read number one thing jo criminal जिस चीज तो जो चीज उन्होंने दिमाग च आउंदी हैगी I mean this is after doing studies and interviews of people ਉਹਨਾਂ ਦਾ ਨੰਬਰ 1 ਫੈਕਟਰ ਹੁੰਦਾ ਹੈਗਾ ਕਿ ਵੀ ਮੈਂ ਫੜਿਆ ਜਾਊਂਗਾ ਜਾਂ ਨਹੀਂ ਫੜਿਆ ਜਾਊਂਗਾ ਰਾਈਟ that is very important ਕਿ ਮੈਨੂੰ 5 ਸਾਲ ਦੀ ਸਜ਼ਾ ਮਿਲੂਗੀ ਜਾਂ 8 ਸਾਲ ਦੀ ਸਜ਼ਾ ਮਿਲੂਗੀ ਜਾਂ 10 ਸਾਲ ਦੀ ਮਿਲੂਗੀ like I don't know if what the studies show is that's not the thinking process of the person ਵੀ ਮੈਂ 5 ਸਾਲ ਲਾ ਕੇ ਨਿਕਲ ਜੂੰਗਾ ਜਾਂ ਨਹੀਂ 10 ਸਾਲ ਲੱਗਣਗੇ so I'm not going to do this the thinking is that ਮੈਂ ਫੜਿਆ ਨਹੀਂ ਜਾਣਾ ਹੈਗਾ right so I will do this because no one's going to catch me I'll wear a mask I'll do this and so ਸਭ ਤੋਂ ਜ਼ਿਆਦਾ ਜ਼ਰੂਰੀ ਇਸ ਟਾਈਮ ਅਸੀਂ ਸਮਝ ਰਹੇ ਹੈਗੇ ਹਾਂ ਵੀ ਪੁਲਿਸ ਨੂੰ ਜਿੰਨੀਆਂ ਵੀ ਪਾਵਰਸ ਦਿੱਤੀਆਂ ਜਾ ਸਕੇ ਉਹਨਾਂ ਨੂੰ ਟੂਲਸ ਦਿੱਤੇ ਜਾ ਸਕਣ one of the reasons ਵੀ ਬਿਸ਼ਨੋਈ ਗੈਂਗ ਨੂੰ ਇੱਕ ਟੈਰਰਿਸਟ ਐਂਟੀਟੀ ਲਿਸਟ ਕੀਤਾ ਗਿਆ ਹੈਗਾ is also to give police more power and tools ਜੋ ਮੈਂ ਤੁਹਾਡੇ ਪ੍ਰੋਗਰਾਮ ਤੇ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਵੀ ਅਸੀਂ C2 ਦਾ stronger border measures ਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਏ ਸੀਗੇ lawful access ਜਿਹੜੇ measures ਹੈਗੇ ਨੇ ਜਿਹਦੇ ਨਾਲ police phone numbers and IP addresses ਨੂੰ ਬਿਨਾਂ judicial warrant ਤੋਂ connect ਕਰ ਸਕੇ ਉਹਨਾਂ ਨੂੰ subscriber information ਜਲਦੀ ਤੋਂ ਜਲਦੀ ਮਿਲ ਸਕੇ so that ਜਿਹੜੇ criminals ਹੈਗੇ ਆ ਉਹ ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ extortion crime commit ਨਾ ਕਰ ਸਕਣ ਉਹਨਾਂ ਨੂੰ ਜਲਦੀ ਰੋਕਿਆ ਜਾ ਸਕੇ those things are very important to give to our police and ਉਹਦੇ ਵਿੱਚ I'm trying to bring that bill back again ਵੈਸੇ ਉਹ bill parliament ਦੇ ਵਿੱਚ ਹੈਗਾ ਆ but the conservatives are against that bill and ਪਿਛਲੇ 20 ਸਾਲਾਂ ਤੋਂ police have been asking for those types of powers and ਕਿਤੇ ਨਾ ਕਿਤੇ ਜਾਂ civil liberties groups ਜਾਂ ਇਸ ਵਕਤ conservatives ਵੀ ਉਹ ਚੀਜ਼ ਨੂੰ ਪਾਸ ਨਹੀਂ ਹੋਣ ਦਿੰਦੇ ਪਰ our Five Eyes allies and partners do have the ability to do those things and so information sharing ਦੇ ਵਿੱਚ ਵੀ ਇਹਨਾਂ ਕੇਸਿਸ ਦੇ ਵਿੱਚ ਹੈਲਪ ਹੁੰਦੀ ਹੈਗੀ ਆ judicial warrants ਵੀ authorization ਵੀ ਲਈ ਜਾ ਸਕਦੀ ਹੈਗੀ ਆ ਪਰ ਉਸ ਚੀਜ਼ ਨੂੰ ਟਾਈਮ ਲੱਗਦਾ ਹੈਗਾ that's all I'm saying is that ਕਈ ਵਾਰ 6 ਮਹੀਨੇ ਲੱਗ ਜਾਂਦੇ ਹੈਗੇ ਆ judicial warrant and authorization ਲੈਂਦੀ ਨੂੰ ਇਹਨਾਂ ਇਸ ਤਰ੍ਹਾਂ ਦੇ extortion cases ਦੇ ਵਿੱਚ ਮੈਂ victims ਤੋਂ ਵੀ ਸੁਣਿਆ ਹੈਗਾ ਵੀ ਪੁਲਿਸ ਦੀ ਹਜੇ ਉਹ ਵੇਟ ਕਰ ਰਹੇ ਹੈਗੇ ਆ ਉਹ ਕੋਰਟ ਤੋਂ authorization ਲੈਣ and I've heard that from police as well. It won't just help in these cases, it will also help ਜਿਹੜੀ ਮੈਂ child pedophile extortion cases ਦੀ ਗੱਲ ਕਰ ਰਹੀ ਸੀ ਉਹਨਾਂ cases ਦੇ ਵਿੱਚ ਵੀ ਬਹੁਤ help ਹੋ ਸਕਦੀ ਹੈਗੀ and those cases are even larger in number. ਮਿਨਿਸਟਰ ਮੇਰੇ ਕੋਲ ਆਖਰੀ 1 ਮਿੰਟ ਹੈ ਪਰ ਮੈਂ ਇੱਕ ਇੰਪੋਰਟੈਂਟ ਸਵਾਲ ਕਰਨਾ ਚਾਹੁੰਦਾ ਵੀ ਇਦਾਂ ਦੇ ਮਾਮਲਿਆਂ 'ਚ ਨਾ ਜਿਹੜੀ ਮੈਸੇਜਿੰਗ ਬੜੀ ਇੰਪੋਰਟੈਂਟ ਹੈ ਭਾਵੇਂ ਪੋਲਿਟਿਕਸ ਹੋਵੇ ਭਾਵੇਂ ਇਹ ਕ੍ਰਾਈਮ ਨਾਲ ਡੀਲ ਕਰਨਾ ਹੋਵੇ ਜੇ ਕੋਈ ਇੱਥੋਂ ਭਰ ਕੇ ਪਲੇਨ ਜਾ ਰਿਹਾ ਹੋਵੇ ਡਿਪੋਰਟ ਕ੍ਰਿਮੀਨਲ ਲੋਕਾਂ ਦਾ ਕਿਉਂਕਿ ਕੈਨੇਡਾ 'ਚ ਸਭ ਤੋਂ ਵੱਡੀ ਸਖਤ ਸਜ਼ਾ ਇੱਥੇ ਰਹਿਣ ਵਾਲੇ ਜਿਹੜੇ ਬਾਹਰੋਂ ਆਏ ਲੋਕ ਨੇ ਇਹ ਹੁੰਦੀ ਹੈ ਉਹਨਾਂ ਨੂੰ ਸਭ ਤੋਂ ਵੱਡਾ ਡਰ ਹੁੰਦਾ ਡੈਪੂਟੇਸ਼ਨ ਦਾ ਜੇ ਇੱਕ ਪਲੇਨ ਭਰ ਕੇ ਜਾਊਗਾ ਇਹੋ ਜਿਹੇ ਬੰਦਿਆਂ ਦਾ ਇਹ ਅਸਲ 'ਚ ਸਭ ਤੋਂ ਸਟਰੋਂਗ ਮੈਸੇਜਿੰਗ ਹੋਏਗੀ ਕੀ ਇਹੋ ਜਿਹਾ ਕੁਝ ਹੋ ਸਕਦਾ ਪੋਸੀਬਲ ਹੈ So yeah, I mean it's more than a plane load. It's ਸਾਲ 20,000 deportations ਹੋ ਰਹੀਆਂ ਹੈਗੀਆਂ ਨੇ ਉਹਦੇ ਵਿੱਚੋਂ ਇੱਕ ਵੱਡਾ ਨੰਬਰ criminals ਦਾ ਹੈਗਾ ਆ and so that does happen after someone serves ਜਦੋਂ ਕਿਸੇ ਨੂੰ ਇੱਥੇ ਚਾਰਜ ਕੀਤਾ ਜਾਂਦਾ ਹੈਗਾ ਉਹਨਾਂ ਦਾ ਨਾਂ ਰਿਵੀਲ ਕੀਤਾ ਜਾਂਦਾ ਹੈਗਾ ਆ right and so ਜਿਹੜਾ ਅਰੈਸਟ ਹੁਣ ਆਪਾਂ recently ਲੁਧਿਆਣੇ ਦੇ ਵਿੱਚ ਸੁਣਿਆ ਹੋਇਆ ਹੈਗਾ ਆ that there was
unfortunately that arrest made here, that information was made public. ਉਹਨਾਂ ਦਾ ਫੇਸ ਪੋਸਟ ਕੀਤਾ ਗਿਆ ਸੀਗਾ, ਉਹਨਾਂ ਦੀ ਇਨਫੋਰਮੇਸ਼ਨ ਦਿੱਤੀ ਗਈ ਸੀ। ਸੋ ਜਦੋਂ ਵੀ ਕੋਈ ਕ੍ਰਿਮੀਨਲ ਚਾਰਜ ਐਡਲਟ ਤੇ ਲੈ ਕੀਤਾ ਜਾਂਦਾ ਹੈਗਾ, ਉਹ ਇਨਫੋਰਮੇਸ਼ਨ ਪਬਲਿਕ ਹੁੰਦੀ ਹੈਗੀ ਆ ਕੈਨੇਡਾ ਦੇ ਵਿੱਚ। ਜਿਹੜੇ ਰਿਮੂਵਲਸ ਵੈਸੇ ਹੋ ਰਹੇ ਹੈਗੇ ਨੇ for failure to comply with immigration laws, that information does not get released in that same way. But je CBSA de kol koi warrant hega ya kise nu lab rahe hege ya, oh information o zarur abdi website te post karde hunde sige, and I'm working with them to make sure bhi hun bhi assi o dwara o system leke aiye, o policy jide vich ਉਹਨਾਂ ਦੀ information post ਕੀਤੀ ਜਾਵੇ ਜੇ ਉਹ CBSA warrant ਦੇ ਥੱਲੇ ਹੈਗੇ ਨੇ and they are wanted for criminal activity. I think that is very important so that ਲੋਕ information ਦੇ ਸਕੇ। CBSA ਕਹਿ ਰਹੇ ਹੈਗੇ ਆ ਵੀ ਉਹਨਾਂ ਨੂੰ ਉਸ ਦੇ ਥਰੂ information ਨਹੀਂ ਮਿਲਦੀ ਸੀ ਪਹਿਲਾਂ, but I think ਕਿਉਂਕਿ ਇਹ ਜਿਹੜਾ extortion ਦਾ issue ਹੈਗਾ ਬਹੁਤ ਵਧਿਆ ਹੋਇਆ ਹੈਗਾ ਆਪਣੀ community ਦੇ ਵਿੱਚ, ਮੈਂ ਲੋਕਾਂ ਨੂੰ encourage ਕਰੂੰਗੀ that if we do put that kind of information forward, then ਉਹ ਜਿਹੜੀ ਉਸ ਰੀਜ਼ਨ ਲਈ ਉਹ ਇਨਫੋਰਮੇਸ਼ਨ ਦਿੱਤੀ ਜਾਂਦੀ ਹੈਗੀ ਆ, ਸੋ ਦੈਟ ਪੁਲਿਸ ਨੂੰ ਉਹਨਾਂ ਦੀ ਵੇਅਰ ਅਬਾਊਟਸ ਦੀ ਖਬਰ ਦਿੱਤੀ ਜਾ ਸਕੇ। ਐਂਡ ਆਈ ਵੁੱਡ ਸੇ ਦੈਟ ਕਿਤੇ ਨਾ ਕਿਤੇ ਕਮਿਊਨਿਟੀ ਦੇ ਵਿੱਚ ਲੋਕ ਜਾਣਦੇ ਹੈਗੇ ਨੇ ਵੀ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਕੌਣ ਇਨਵੋਲਵਡ ਹੈਗੇ ਨੇ, ਕੌਣ ਕਰ ਰਹੇ ਹੈਗੇ ਨੇ। BC ਵਿੰਨੀ ਇਨਾਮ ਵੀ ਦਿੱਤੇ ਜਾ ਰਹੇ ਹੈਗੇ ਨੇ for information leading to people who are involved in these extortions, and so there are ways to anonymously report. Crime Stoppers, ਜਾਂ Peel Regional Police, ਜਾਂ ਜਿਹੜੇ ਵੀ jurisdiction ਦੇ ਵਿੱਚ ਤੁਸੀਂ ਰਹਿੰਦੇ ਹੈਗੇ ਹੋ, I would say it would be helpful ਜੇ community ਵੀ police ਦੇ ਨਾਲ cooperate ਕਰੇ, ਨਾ ਕਿ ਸਿਰਫ ਜਿਹੜੇ victims ਹੈਗੇ ਨੇ ਵੀ ਸਾਡੇ ਨਾਲ ਇਹ ਹਾਦਸਾ ਹੋਇਆ ਹੈਗਾ, ਪਰ ਜੇ ਕਿਸੇ ਕੋਲ ਹੋਰ ਵੀ ਕੋਈ ਜਾਣਕਾਰੀ ਹੈਗੀ ਆ ਜਾਂ information ਹੈਗੀ ਆ, we have to work as a community together from all sides. So we're working on making changes. ਕਾਨੂੰਨ ਦੇ ਵਿੱਚ ਵੀ ਜਿਹੜੇ sentencing ਦੇ extortion ਦੇ ਵੀ changes ਲਿਆਂਦੇ ਗਏ ਹੈਗੇ ਆ, bail ਨੂੰ ਲੈ ਕੇ extortion ਦੇ ਮਾਮਲੇ ਵਿੱਚ ਵੀ ਸਖਤੀ ਕੀਤੀ ਜਾ ਰਹੀ ਹੈਗੀ ਆ, and ਉਹ ਜਿਹੜੇ ਕਾਨੂੰਨ ਦੇ changes ਹੈਗੇ ਆ ਉਹ ਪਾਰਲੀਮੈਂਟ ਦੇ ਵਿੱਚ ਉਹਦੇ ਤੇ ਡਿਬੇਟ ਚੱਲ ਰਹੀ ਹੈਗੀ ਆ ਇਸ ਵਕਤ, ਉਹ ਕਮੇਟੀ ਦੇ ਵਿੱਚ ਸਟਕ ਹੈਗੇ ਨੇ। So I would say ਵੀ ਸਾਰੇ parliamentarians ਜਿਹੜੇ ਹੈਗੇ ਨੇ, ਕਿਸੇ ਦੇ ਵੀ representatives ਸਾਰੇ ਪਾਰਟੀਆਂ ਤੋਂ, ਉਹਨਾਂ ਨੂੰ ਵੀ ਬੇਨਤੀ ਕਰੋ ਵੀ ਜਲਦ ਤੋਂ ਜਲਦ ਉਹ ਇਸ ਚੀਜ਼ ਦੇ ਵਿੱਚ ਮਦਦ ਕਰਨ ਵੀ ਉਹ ਕਾਨੂੰਨ ਪਾਸ ਕਰਾਉਣ। all those things are important, so we have to work from all sides. Thank you ਮਿਨਿਸਟਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਲਈ। ਹਾਂਜੀ, ਸੋ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹੈਗੀ ਵੀ ਕ੍ਰਾਈਮ ਐਂਡ ਇਸ ਤਰ੍ਹਾਂ ਦੇ ਇਸ਼ੂਜ਼ ਸਾਡੀ ਟਾਪ ਪ੍ਰਾਇਓਰਿਟੀ ਹੈਗੇ ਆ। ਕੁਝ ਮਹੀਨਿਆਂ ਦੇ ਵਿੱਚ ਅਸੀਂ ਬਹੁਤ ਕਾਨੂੰਨ ਦੇ ਵਿੱਚ ਚੇਂਜਸ ਲੈ ਕੇ ਆਏ ਹੈਗੇ ਆ ਹਾਊਸ ਆਫ ਕਾਮਨਸ ਦੇ ਵਿੱਚ, ਉਹਦਾ ਥੋੜਾ ਹੁੰਦਾ ਹੈਗਾ ਆ। ਅਸੀਂ ਇੱਕ ਮਾਈਨੋਰਿਟੀ ਗਵਰਨਮੈਂਟ ਹੈਗੇ ਆ, ਪਰ ਕੋਸ਼ਿਸ਼ ਕਰ ਰਹੇ ਹੈਗੇ ਆ। I'm working hard to try to bring light and pressure ਸਾਰੀਆਂ ਆਪੋਜੀਸ਼ਨ ਪਾਰਟੀਜ਼ ਦੇ ਉੱਤੇ ਵੀ, so that ਇਹ ਆਮ ਨਾਲੋਂ ਵੀ ਜਲਦੀ ਇਹ ਕਾਨੂੰਨ ਪਾਸ ਹੋ ਸਕਣ, so that ਸਖਤੀ ਵੀ ਹੋ ਸਕੇ, ਸਜ਼ਾ ਵੀ ਲੰਬੀ ਹੋ ਸਕੇ ਲੋਕਾਂ ਦੀ, ਬੇਲ ਵੀ ਇਹਨਾਂ ਕੇਸਿਸ ਦੇ ਵਿੱਚ ਨਾ ਮਿਲੇ, and to make sure that ਸਾਡੀ agreement ਬਣ ਜਾਵੇ ਵੀ ਜਿਹੜੇ ਪੁਲਿਸ ਨੂੰ ਹੋਰ ਪਾਵਰਸ ਵੀ, terrorism powers ਤੋਂ ਇਲਾਵਾ ਵੀ ਜਿਹੜੇ ਹੋਰ ਪਾਵਰਸ ਹੈਗੇ ਨੇ, so that ਉਹ IP addresses and phone numbers ਨੂੰ ਕਨੈਕਟ ਕਰ ਸਕਣ, ਉਹ ਵੀ ਉਹਨਾਂ ਨੂੰ ਦਿੱਤੀ ਜਾਵੇ। Thank you so much for having me on. Thank you.